ਹਾਂ ਇਜਤਮਾ ਇਨਸਾਰੁल्लाह ਦਾ ਇਜਤਮਾ ਹੋਏਗਾ ਇਹਨਾਂ ਦਾ। ਹਾਂਜੀ ਜਲਸਾ ਹਲੇ ਉਹਨਾਂ ਦਾ ਹੋਣਾ ਹੈ। ਹੋਣਾ ਜੇ ਇਜਤਮਾ ਹੈ ਇਹਨਾਂ ਦਾ ਨਾ ਤੇ ਘਰ ਹੈ। ਮੈਂ ਉੱਥੇ ਗਿਆ। ਮੈਂ ਜੋ ਇੱਥੇ ਸੁਣੀ ਹੈ ਤੁਹਾਡੇ ਬੜੇ ਪਿਆਰ ਵਾਲੇ ਨੇ ਮੁਬਸ਼ਰ ਰਜ਼ਾ ਸਾਹਿਬ। ਆਹੋ ਉਹਨਾਂ ਦਾ ਸ਼ਾਇਦ ਤੁਹਾਡੇ ਕੋਲ ਕਲਿੱਪ ਪਹੁੰਚਿਆ ਹੋਵੇ ਤੇ ਉਹ ਗੁਫ਼ਤਗੂ ਫਰਮਾ ਰਹੇ ਸਨ ਤੁਹਾਡੇ ਬਾਰੇ ਤੇ ਮੇਰੇ ਕੋਲ ਤੁਹਾਡਾ ਨੰਬਰ ਵੀ। ਚਲੋ ਗੁਫ਼ਤਗੂ ਸਾਰੀ ਵਿੱਚ ਹੀ ਆ ਗਈ ਜਦੋਂ ਸੈਣੀ ਸਾਹਿਬ ਨੇ ਜਾ ਕੇ ਕੋਈ ਗੱਲ ਹੁਣ ਸ਼ੁਰੂ ਕਰ ਲਈ। ਉਹ ਗੱਲ ਇਹ ਬਈ ਉਹਨਾਂ ਜ਼ਿਕਰ ਕਿਧਰੇ ਕੀਤਾ ਵੀ ਜੇ ਸਾਡੇ ਜਲਸੇ ਤੇ ਆਵੇ ਅਸੀਂ ਫਿਰ ਮਾਰਾਂਗੇ ਉਹਦਾ। ਚਲੋ ਕੋਈ ਨਹੀਂ ਜ਼ਰੂਰਤ ਉਹਦਾ ਨਾਂ ਲੈਣ ਦੀ। ਮੇਰਾ ਕਹਿੰਦਾ ਤੁਸੀਂ ਤਰੀਕ ਦਰੁਸਤ ਕਰ ਛੜੀਏ ਜੀ। ਮੈਂ ਕਿਹਾ ਤੁਸੀਂ ਤਰੀਕ ਹੀ ਸਿੱਧੀ ਕਰ ਛੜੀਏ। ਤਰੀਕ ਦਾ ਜਿਹੜੀ ਡਾਇਰੈਕਸ਼ਨ ਸਹੀ ਹੋ ਗਈ। ਹੁਣ ਤਰੀਕ ਲਿਖੀ ਗਈ ਹੈ। ਘਰੇ ਬਹਿ ਕੇ ਮਾਰੀਆਂ ਨੇ ਗੱਲਾਂ। ਸਿੱਧੂ ਨਹੀਂ ਗਾਣਾ ਗਾਉਂਦਾ ਸੀ। ਮੈਂ ਕਿਹਾ ਬਨਫਸੇ ਨਫੀਸ ਹੀ ਜਾ ਕੇ ਦੇਖ ਆਉਂਦੇ ਆ ਤੇ ਵੀ ਦੇਖਦੇ ਆ ਕਿਹੜਾ ਮਾਰਦਾ ਉਹ। ਅੱਲਾਹ ਤਾਲਾ ਤੁਹਾਡੀ ਹਿਫਾਜ਼ਤ ਫਰਮਾਏ ਤੇ ਅੱਲਾਹ ਤਾਲਾ ਦੇ ਜ਼ਿੰਦਗੀ ਦੇ ਤੌਫੀਕ ਦੇ ਸਿਹਤ ਦੇ। ਅੱਛਾ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਇਹ ਇੱਕ ਸ਼ੇਖ ਸਾਹਿਬ ਨਾਲ ਜਿਹੜੇ ਬੰਦੇ ਨੇ ਗੱਲ ਕੀਤੀ ਸੀ ਉਹਦਾ ਬੰਦੇ ਦਾ ਪਤਾ ਜੀ ਉਹਦਾ ਕੀ ਨਾਂ ਸੀ? ਕਿਹੜੀ ਗੱਲ? ਜਿਹੜੇ ਰਫੀ ਸਾਹਿਬ ਦਾ ਤੁਸੀਂ ਜ਼ਿਕਰ ਕਰ ਰਹੇ ਸੀ। ਆਹੋ ਇਹਨਾਂ ਦੀ ਇੱਕ ਸ਼ੇਖ ਨਾਲ ਗੱਲ ਹੋਈ ਸੀ ਜਾਂ ਨਹੀਂ ਉਹ ਇਹਨਾਂ ਦੀ ਨਹੀਂ ਹੋਈ। ਉਹ ਇਹਨਾਂ ਦੇ ਭਾਈ ਹੈ ਸਭ ਤੋਂ ਛੋਟੇ। ਉਹਨਾਂ ਦਾ ਨਾਂ ਹੈ ਮਿਰਜ਼ਾ ਰਫੀਕ ਅਹਿਮਦ। ਰਫੀਕ ਹਾਂ ਉਹ ਤੁਸੀਂ ਉਹਦੇ ਨਾਲ ਮਿਸ ਕਰ ਗਏ। ਠੀਕ ਹੈ ਗੱਲ। ਉਹ ਰਫੀਕ ਅਹਿਮਦ ਜਿਹੜੇ ਨੇ ਉਹਨਾਂ ਦੀ ਵਾਲਦਾ ਦੂਸਰੀ ਹੈ ਤੇ ਇਹਨਾਂ ਦੀ ਵਾਲਦਾ ਦੂਸਰੀ ਹੈ। ਇਹ ਖਲੀਫਾ ਸਾਲਸ ਦੇ ਸਭ ਤੋਂ ਛੋਟੇ ਭਾਈ ਹੈ। ਜਿਹੜੇ ਮਿਰਜ਼ਾ ਨਾਸਰ ਅਹਿਮਦ ਹੈ ਉਹ ਸਭ ਤੋਂ ਵੱਡੇ ਭਾਈ ਹੈ। ਉਹਦੇ ਬਾਅਦ ਮਿਰਜ਼ਾ ਮੁਨੱਵਰ ਅਹਿਮਦ ਹੈ, ਮਿਰਜ਼ਾ ਮੁਬਾਰਕ ਅਹਿਮਦ ਹੈ, ਮਿਰਜ਼ਾ ਅਜ਼ਹਰ ਅਹਿਮਦ ਹੈ, ਮਿਰਜ਼ਾ ਨਾਸਰ ਦੇ ਵੱਡੇ ਵੀ ਇਹ ਕਹਿੰਦੇ ਜਿਹੜੇ ਫੌਤ ਹੋ ਗਏ ਨਸੀਰ। ਹਾਂ ਉਹ ਤੇ ਫੌਤ ਹੋ ਗਏ ਅਵਾਇਲ ਚ। ਮਿਰਜ਼ਾ ਸਾਹਿਬ ਦੇ ਆਪਣੇ ਜ਼ਮਾਨੇ ਚ 1906 ਦੇ ਵਿੱਚ ਪੈਦਾ ਹੋਏ। ਇਹ ਕਿੰਨੇ ਭਾਈ ਨੇ? ਮਿਰਜ਼ਾ ਨਸੀਰ ਫੌਤ ਹੋ ਗਿਆ, ਮਿਰਜ਼ਾ ਨਾਸਰ ਅਹਿਮਦ ਤੇ ਉਸ ਤੋਂ ਬਾਅਦ ਮਿਰਜ਼ਾ ਨਾਸਰ ਅਹਿਮਦ, ਮਿਰਜ਼ਾ ਮੁਬਾਰਕ ਅਹਿਮਦ, ਮਿਰਜ਼ਾ ਮੁਨੱਵਰ ਅਹਿਮਦ, ਮਿਰਜ਼ਾ ਹਫੀਜ਼ ਅਹਿਮਦ ਤੇ ਮਿਰਜ਼ਾ ਅਜ਼ਹਰ ਅਹਿਮਦ ਤੇ ਮਿਰਜ਼ਾ ਅਨਵਰ ਅਹਿਮਦ ਤੇ ਮਿਰਜ਼ਾ ਰਫੀਕ ਅਹਿਮਦ। 7 ਭਾਈ 7 ਭਰਾ। ਅੱਛਾ ਹਾਂ ਇਹ ਪਹਿਲੀ ਬੀਵੀ ਸੀ ਨਾ ਇਹਨਾਂ ਦੀ? ਇਹ ਪਹਿਲੀ ਸਭ ਤੋਂ ਵੱਡੀ ਬੀਵੀ ਚੋਂ। ਖਲੀਫਾ ਰਸ਼ੀਦੁੱਦੀਨ ਸਾਹਿਬ ਦੀ ਬੇਟੀ ਉਹਦਾ ਨਾਂ ਰਸ਼ੀਦਾ ਬੇਗਮ ਹੈ ਲੇਕਿਨ ਫਿਰ ਅਮਾ ਜਾਨ ਨੇ ਉਹਦਾ ਨਾਮ ਮਹਮੂਦਾ ਬੇਗਮ ਕਰ ਦਿੱਤਾ। ਮਹਮੂਦ ਨਾਲ ਚਾਹਤੀ ਤੇ ਖਲੀਫਾ ਰਸ਼ੀਦੁੱਦੀਨ ਆਏ। ਉਹਨਾਂ ਦੀ ਇੱਕ ਗੱਲ ਹੈ ਮੇਰੇ ਕੋਲ ਪਰ ਚਲੋ ਮੇਰੇ ਜ਼ਿਹਨ ਚ ਸਲਿਪ ਹੋ ਗਈ ਹੈ। ਖਲੀਫਾ ਰਸ਼ੀਦੁੱਦੀਨ ਦੀ ਫਿਰ ਇੱਕ ਦੂਸਰੀ ਸ਼ਾਦੀ ਵੀ ਹੈ। ਹਾਂ ਉਹ ਸ਼ਾਦੀ ਦੇ ਖਾਸ਼ਵੰਦ ਹੈ ਤੇ ਮਿਰਜ਼ਾ ਸਾਹਿਬ ਨੇ ਉਹਨਾਂ ਨੂੰ ਡਾਕਟਰ ਫੈਦ ਅਲੀ ਸਾਬਰ ਜਿਹੜੇ ਅਫਰੀਕਾ 'ਚ ਅਹਿਮਦੀ ਹੋਏ ਉਹਨਾਂ ਦੇ ਨਾਂ ਰੁਕਾ ਲਿਖ ਦਿੱਤਾ। ਉਹਨਾਂ ਨੂੰ ਕਹਿ ਵੀ ਆਪਣੀ ਭੈਣ ਦੀ ਸ਼ਾਦੀ ਤੇਰੇ ਨਾਲ ਕਰ ਦੇਣ। ਉਹ ਰੁਕਾ ਲੈ ਕੇ ਜਾ ਰਹੇ ਤੇ ਰਾਹ 'ਚ ਮੀਰ ਨਾਸਰ ਨਵਾਬ ਮਿਲ ਗਏ। ਉਹ ਕਹਿਣ ਲਈ ਕਿੱਧਰ ਜਾਂਦੇ ਹੋ? ਕਹਿਣ ਲਿਆ ਰੁਕਾ ਲੈ ਕੇ ਚੱਲਾਂ ਸ਼ਾਦੀ ਵਾਸਤੇ। ਉਹਨਾਂ ਆਖਿਆ ਬੇਵਕੂਫਾ ਇਸ ਤਰ੍ਹਾਂ ਨਹੀਂ ਕਰੀ ਤੇ ਰੁਕਾ ਮੈਨੂੰ ਦੇ ਦੇ, ਮੈਂ ਖੁਦ ਜਾ ਗੱਲ ਕਰਾਂਗਾ। ਤੇ ਉਹਨਾਂ ਫਿਰ ਕਰਕੇ ਗੱਲ ਤੇ ਉਹਨਾਂ ਦੀ ਸ਼ਾਦੀ ਕਰਾਤੀ। ਉਹਨਾਂ ਦਾ ਨਾਂ ਆ ਮੁਰਾਦ ਖਾਤੂਨ। ਉਹ ਮੁਰਾਦ ਖਾਤੂਨ ਜਿਹੜੇ ਉਹਨਾਂ ਦੇ ਵਾਲਿਦ ਜਿਹੜੇ ਉਹ ਸਿੱਖਾਂ 'ਚੋਂ ਅਹਿਮਦੀ ਹੋਏ। ਅਹਿਮਦੀ ਨਹੀਂ ਹੋਏ, ਸਿੱਖਾਂ 'ਚ ਮੁਸਲਮਾਨ ਹੋਏ। ਉਹਨਾਂ ਦਾ ਨਾਂ ਜਿਹੜਾ ਹੈ ਅਬਦੁਲ ਮੁਗਨੀ, ਮੌਲੀ ਅਬਦੁਲ ਮੁਗਨੀ ਹੈ। ਇੱਕ ਮੌਲੀ ਅਬਦੁਰ ਰਹਿਮਾਨ ਵੀ ਹੈ ਨਾ, ਉਹ ਵੀ ਸਿੱਖਾਂ 'ਚ ਹੋਏ। ਉਹ ਸਿੱਖਾਂ ਨਹੀਂ, ਅਹਿਮਦੀ ਨਹੀਂ ਹੋਏ, ਇਹ ਸਿਰਫ ਮੁਸਲਮਾਨ ਹੀ ਹੋਏ। ਇਹਨਾਂ ਦੇ ਅੱਗੇ ਬੇਟੇ ਫੈਦ ਅਲੀ, ਡਾਕਟਰ ਫੈਦ ਅਲੀ ਸਾਬਰ ਜਿਹੜੇ ਮਿਰਜ਼ਾ ਸਾਹਿਬ ਦੇ ਵਕਤ 'ਚ ਅਹਿਮਦੀ ਹੋਏ। ਉਹਨਾਂ ਦੀ ਇਹ ਬੇਟੀ ਮੁਰਾਦ ਖਾਤੂਨ। ਇਹਨਾਂ ਵਿੱਚੋਂ ਵੀ 2 ਬੇਟੇ ਉਹਨਾਂ ਦੇ ਅੱਗੇ ਬੇਟੇ ਖਲੀਫਾ ਸਲਾਹੁਦੀਨ ਉਹਨਾਂ ਦਾ ਨਾਂ ਹੈ। ਜਿਹੜੇ ਉਹਨਾਂ ਦੇ ਬੇਟੇ ਮਤਲਬ ਮਿਰਜ਼ਾ ਨਾਸਰ ਅਹਿਮਦ ਸਾਹਿਬ ਦੇ ਮਾਮੂ, ਨਾਨੇ ਵਿੱਚੋਂ ਮਾਮੂ ਤੇ ਨਾਨੀ ਚੋਂ ਨਹੀਂ। ਇਹ 7 ਭਰਾ ਤੁਸੀਂ ਦੱਸੇ ਨੇ ਹੋਏ ਸਨ? ਇਹ 7 ਭਰਾ ਇੱਕ ਮਾਂ ਵਿੱਚੋਂ ਆਏ ਤੇ 2 ਭੈਣਾਂ ਆਈਆਂ। ਮੌਜੂਦਾ ਸਾਹਿਬ ਦੀ ਵਾਲਦਾ ਤੇ ਅਜ਼ੀਜ਼ਾ ਬੇਗਮ।
ਤੇ ਦੂਸਰੀ ਉਹਨਾਂ ਦੀ ਬੀਵੀ ਜਿਹੜੀ ਉਹ ਹੋਈ ਖਲੀਫਾ ਹੈ ਹਕੀਮ ਨੂਰਦੀਨ ਸਾਹਿਬ ਦੀ ਬੇਟੀ। ਹਾਂਜੀ ਬੇਟੀ, ਉਹਦੇ ਵਿੱਚੋਂ 2 ਬੇਟੀਆਂ ਤੇ 1 ਬੇਟਾ। ਅਮਤ ਰਸ਼ੀਦ ਉਹਨਾਂ ਦੀ ਸ਼ਾਦੀ ਹੋਈ ਮਿਰਜ਼ਾ ਅਬਦੁਲ ਰਹੀਮ, ਉਹ ਬਿਹਾਰ ਦੇ ਸੀ। ਬੇਟੇ ਦਾ ਕੀ ਨਾਮ ਦੱਸਿਆ ਜੀ ਉਹਨਾਂ ਦਾ? ਕਿਹਦੇ ਬੇਟੇ ਦਾ? ਜਿਹੜੇ ਉਸ ਬੀਵੀ ਚ ਹੋਏ, ਯਾਨੀ ਹਕੀਮ ਸਾਹਿਬ ਦੇ। ਉਸ ਬੀਵੀ ਚ ਜਿਹੜੇ ਬੇਟੇ ਪੈਦਾ ਹੋਏ ਉਹਨਾਂ ਦਾ ਨਾਮ ਖਲੀਲ ਅਹਿਮਦ। ਖਲੀਲ ਅਹਿਮਦ। ਖਲੀਲ ਅਹਿਮਦ, ਉਹ ਇੱਕ ਵਾਕਿਆ ਹੋਇਆ ਆ ਕਿ ਜਾਸੂਸੀ ਦੇ ਵਿੱਚ ਮੁਲਵਸ ਨੇ ਖਲੀਫਾ ਸਾਨੀ। ਉਹਨਾਂ ਨੂੰ ਅੰਗਰੇਜ਼ਾਂ ਦੇ ਵਕਤ ਵਿੱਚ ਉਦੋਂ ਇਹ ਸ਼ਿਮਲਾ ਗਏ ਤੇ ਕੋ ਖਤ ਦੇ ਗਏ ਮੀਆਂ ਖਲੀਲ ਅਹਿਮਦ ਨੂੰ, ਜਦੋਂ ਛਾਪਾ ਪੁਲਿਸ ਦਾ ਪਿਆ। ਕੋ ਪੁਲਿਸ ਦਾ ਛਾਪਾ, ਉਹ ਮਿਰਜ਼ਾ ਖਲੀਲ ਅਹਿਮਦ ਦਾ ਉਹਦੇ ਨਾਮ ਆਉਂਦਾ। ਮਿਰਜ਼ਾ ਖਲੀਲ ਅਹਿਮਦ ਜਿਹੜੇ ਨੇ ਉਹ 1977 ਦੇ ਕਰੀਬ ਫੌਤ ਹੋ ਗਏ, ਲਾਬਲਦੀ। ਅੱਛਾ। ਉਹਨਾਂ ਦੀ ਅੱਗੇ ਔਲਾਦ ਨਹੀਂ। ਤੇ ਮੀਆਂ ਉਹਨਾਂ ਦੀਆਂ 2 ਭੈਣਾਂ ਹੀ ਆ, ਇੱਕ ਅਹਿਮਦ ਨਾਲ ਸ਼ਾਦੀ ਹੋਈ, ਉਹ ਵੀ ਲਾਬਲਦ ਗਏ ਨੇ, ਉਹਨਾਂ ਦਾ ਬੱਚਾ ਕੋਈ ਨਹੀਂ ਆ। ਤੇ ਦੂਸਰੀ ਅਬਦੁਲ ਰਹੀਮ ਅਹਿਮਦ ਦੇ ਨਾਲ ਹੀ, ਉਹਨਾਂ ਵਿੱਚੋਂ ਇੱਕ ਬੱਚਾ ਡਾਕਟਰ ਮਨਸੀ, ਉਹਨਾਂ ਦਾ ਨਾਂ ਜ਼ਹੀਰੁੱਦੀਨ ਮਨਸੂਰ ਅਹਿਮਦ, ਉਹ ਵੀ ਹੁਣੇ ਫੌਤ ਹੋਏ ਨੇ ਕੁਛ ਅਰਸਾ ਪਹਿਲੇ। ਚਲੋ ਅਗਰ ਪੋਤਰਿਆਂ ਤੱਕ ਜਾਂ ਉਹ ਜਿਹੜੀ ਫੀਮੇਲ ਉਹਨਾਂ ਦੀ ਔਲਾਦ, ਉਹਨਾਂ ਨੂੰ ਛੋੜ ਕੇ ਮੁੜੇ ਅੱਜ ਗਿਣੋ 7, 1 ਤੇ 1 ਇਹਦੇ ਚੋਂ ਹੋ ਗਏ 8 ਹੋ ਗਏ ਮੁੜੇ। ਉਹਨਾਂ ਦੇ ਸਿੱਧੇ ਸਿੱਧੇ ਗਿਣਦੇ ਨੇ 7 ਬੀਵੀਆਂ ਚੋਂ 6 ਬੀਵੀਆਂ ਚੋਂ ਔਲਾਦ ਹੈ, ਠੀਕ। 1 ਬੀਵੀ ਚੋਂ ਔਲਾਦ ਨਹੀਂ। ਪਹਿਲੀ ਬੀਵੀ ਚੋਂ 7 ਹੋ ਗਏ, ਦੂਸਰੀ ਬੀਵੀ ਚੋਂ 1 ਹੋ ਗਿਆ, ਤੀਸਰੀ ਬੀਵੀ ਚੋਂ ਮੀਆਂ ਰਫੀ ਅਹਿਮਦ ਸਾਹਿਬ ਤੇ ਉਹਨਾਂ ਦੇ ਭਾਈ ਹਨੀਫ 2 ਹੋ ਗਏ, ਚੌਥੀ ਬੀਵੀ ਚੋਂ ਮਿਰਜ਼ਾ ਵਸੀਮ ਅਹਿਮਦ ਤੇ ਮਿਰਜ਼ਾ ਨਈਮ ਅਹਿਮਦ। ਇਹਨਾਂ ਦੀ ਵਾਲਦਾ ਤਾਂ ਪਤਾ ਜੀ, ਰਫੀ ਅਹਿਮਦ ਨੇ, ਇਹਨਾਂ ਦੀ ਵਾਲਦਾ ਕੌਣ ਸੀ? ਇਹਨਾਂ ਦੀ ਵਾਲਦਾ ਇਹ ਸਾਰਾ ਬੇਗਮ ਬਿਹਾਰ ਦੇ। ਅੱਛਾ, ਤੀਸਰੀ ਸ਼ਾਦੀ ਉੱਥੇ। ਉਹ ਪ੍ਰੋਫੈਸਰ ਅਬਦੁਲ ਮਾਜਿਦ ਉਹਨਾਂ ਦਾ ਨਾਂ ਆ, ਉਹਨਾਂ ਦੀ ਬੇਟੀ। ਮੈਂ ਜਾਣਦਾ ਉਹਨਾਂ ਨੂੰ, ਇਹ ਮੁਰੀਦ ਇਹਨਾਂ ਦੇ ਸਨ ਤੇ ਉਹਨਾਂ ਦੀ। ਅੱਛਾ ਹੈ, ਮਿਰਜ਼ਾ ਸਾਹਿਬ ਦੇ ਮੁਰੀਦ ਸਨ ਨਾ? ਹਾਂ, ਬਿਲਕੁਲ ਮੁਰੀਦ ਹੈ। ਤੇ ਜਿਹੜੀ ਤੀਸਰੀ ਚੌਥੀ ਬੀਵੀ ਹੈ ਅਜ਼ੀਜ਼ਾ ਬੇਗਮ, ਉਹ ਅਦਨ ਦੇ ਉਹਨਾਂ ਦਾ ਨਾਂ ਹੈ ਅਲਾਦੀਨ ਹੈ ਸ਼ਾਇਦ ਨਾ, ਉਹਨਾਂ ਚੋਂ ਸੇਠ ਅਲਾਦੀਨ ਆ। ਅਬੂ ਬਕਰ ਮੇਰਾ ਖਿਆਲ ਹੈ ਉਹਨਾਂ ਦਾ ਨਾਂ, ਅਬੂ ਸਿਕੰਦਰਾਬਾਦ ਦੇ। ਸਿਕੰਦਰਾ ਨਹੀਂ, ਉਹ ਅਲਾਦੀਨ ਹੋਰ ਨੇ ਜਿਹੜੇ ਸਿਕੰਦਰਾਬਾਦ ਦੇ ਸੇਠ ਅਲਾਦੀਨ ਨੇ। ਉਹਨਾਂ ਨੇ ਜਮਾਤ ਦੀ ਪੈਸੇ ਦੇ ਲਿਹਾਜ਼ ਨਾਲ ਬਹੁਤ ਖਿਦਮਤ ਕੀਤੀ ਹੈ, ਬਹੁਤ ਸਾਰਾ ਲਿਟਰੇਚਰ ਛਪਿਆ। ਲੇਕਿਨ ਇਹ ਜਿਹੜੇ ਅਬੂ ਬਕਰ ਅਲਾਦੀਨ ਨੇ, ਇਹ ਅਲੱਦਾ ਜਿਹੜੇ ਅਦਨ ਚ ਅਰਬੀ ਉੱਥੇ ਆਬਾਦ ਹੈ ਇਹਨਾਂ ਦੀ। ਇਹ ਅਰਬੀ ਹੈ, ਇਹਨਾਂ ਦੀ ਬੀਵੀ ਅਰਬੀ ਬੋਲਣ ਵਾਲੀ। ਉਹਦੇ ਵਿੱਚੋਂ 2 ਬੇਟੇ ਮਿਰਜ਼ਾ ਨਈਮ ਅਹਿਮਦ ਤੇ ਮਿਰਜ਼ਾ ਵਸੀਮ ਅਹਿਮਦ ਜਿਹੜੇ ਕਾਦੀਆਨ ਰਹੇ ਨੇ, 2 ਫੌਤ ਹੋ ਗਏ ਨੇ। ਉਹਦੇ ਬਾਅਦ ਫਿਰ ਜਿਹੜੀ ਬੱਚੀ ਦੀ ਸ਼ਾਦੀ ਉਹਨਾਂ ਕੀਤੀ ਮਿਰਜ਼ਾ ਮੁਬਾਰਕ ਅਹਿਮਦ ਦੇ ਨਾਲ। ਉਮੇ ਤਾਹਿਰ। ਉਹਨਾਂ ਵਿੱਚੋਂ ਫਿਰ ਬਾਅਦ ਵਿੱਚ ਇੱਕ ਬੇਟਾ ਪੈਦਾ ਹੋਇਆ, ਉਹ ਫੌਤ ਹੋ ਗਿਆ, ਉਹਦਾ ਨਾਂ ਤਾਹਿਰ ਅਹਿਮਦ ਰੱਖਿਆ। ਉਹਦੇ ਬਾਅਦ ਫਿਰ 3 ਭੈਣਾਂ ਹੋਈਆਂ, 3 ਲੜਕੀਆਂ, ਫਿਰ ਇਹ ਪੈਦਾ ਹੋਏ, 3 ਦਾ ਨਾਮ ਫਿਰ ਤਾਹਿਰ ਅਹਿਮਦ ਰੱਖਿਆ। ਤੇ ਉਹਦੇ ਬਾਅਦ 8 ਤੇ 2 10 ਤੇ 11ਵਾਂ ਬੇਟਾ ਹੋਇਆ ਨਾ। 11 ਬੇਟੇ ਹੋ ਗਏ। ਮਰੀਮ ਬੇਗਮ ਜਿਹੜੇ ਮਾਮੂਜ਼ਾਦੇ, ਉਹਦੇ ਚੋਂ ਇੱਕ ਬੇਟੀ ਹੈ, ਬੇਟਾ ਕੋਈ ਨਹੀਂ। ਇਹ ਨੇ ਟੋਟਲ ਉਹਨਾਂ ਦੀ ਔਲਾਦ। ਤੇ ਜਿਹੜੀ ਜ਼ੈਨੁਲ ਆਬਦੀਨ ਦੀ ਨਹੀਂ ਸੀ ਬੇਟੀ ਇੱਕ? ਮੇਰੇ ਨਾਲ ਜ਼ੈਨੁਲ ਆਬਦੀਨ ਦੀ ਭੈਣ ਹੈ ਨਾ ਇਹ, ਜਿਹੜੀ ਮਿਰਜ਼ਾ ਤਾਹਿਰ ਅਹਿਮਦ ਸਾਹਿਬ ਦੀ ਵਾਲਦਾ। ਜ਼ੈਨੁਲ ਆਬਦੀਨ ਦੇ ਵਾਲਿਦ ਜਿਹੜੇ ਉਹ ਸੈਯਦ ਅਬਦੁਲ ਸਤਾਰ ਸ਼ਾਹ ਸਾਹਿਬ ਹੈ। ਸੈਯਦ ਅਬਦੁਲ ਸਤਾਰ ਸ਼ਾਹ ਸਾਹਿਬ ਦੀ ਬੇਟੀ ਮਰੀਮ ਬੇਗਮ, ਜਿਨ੍ਹਾਂ ਚੋਂ ਇਹ 4 ਬੱਚੇ ਨੇ। ਇਹ ਮਿਰਜ਼ਾ ਤਾਹਿਰ ਦੀ ਵਾਲਦਾ ਸਨ। ਇਹ ਉਹੀ ਬੱਚੀ ਨਾ ਜਿਹਦੀ ਮਿਰਜ਼ਾ ਉਹਨਾਂ ਦੇ ਬੇਟੇ ਨਾਲ ਜਿਹੜਾ ਬਿਮਾਰ ਹੈ ਉਹਦੇ ਨਾਲ ਸ਼ਾਦੀ ਕੀਤੀ।
ਬਚਪਨ ਵਾਲੀ। ਯਾ 1907 ਜਿਹੜਾ ਫੌਤ ਹੋ ਗਿਆ ਸੀ ਬੱਚਾ। ਯਾ ਬਿਲਕੁਲ। ਇਹਨਾਂ ਦੇ ਨਾਲ ਫਿਰ ਸ਼ਾਦੀ ਕਰਨ ਵਾਸਤੇ ਇਹਨਾਂ ਨੇ ਉਹਨਾਂ ਨੂੰ ਖਾਬ ਵਗੈਰਾ ਸੁਣਾਏ ਸੀ, ਪਤਾ ਜੀ ਨਾ? ਕਿਹਦੇ ਨਾਲ? ਇਹਨਾਂ ਦੇ ਵਾਲਿਦ ਨੂੰ ਕੀ ਨਾਂ ਸੀ, ਅਬਦਸਤਾਰ ਜਾਂ ਜੋ ਨਾਂ ਲੈ ਰਹੇ ਉਹਨਾਂ ਦਾ? ਅਬਦਸਤਾਰ ਸ਼ਾਹ। ਹਾਂਜੀ। ਨਹੀਂ, ਉਹ ਚੂੰਕਿ ਅੰਮਾ ਜਾਨ ਮੌਜੂਦ ਹੈ, ਉਹਨਾਂ ਨੇ ਫਿਰ ਸ਼ਾਦੀਆਂ ਕਰਾਈਆਂ ਨੇ। ਅਸਲ 'ਚ ਉਹਦੀ ਰਵਾਇਤ ਇਹ ਦੱਸੀ ਜਾਂਦੀ ਹੈ, ਇਹ ਬੱਚੀ ਚੂੰਕਿ ਘਰ ਵਿੱਚ ਹੀ ਪਲੀ ਤੇ ਅੰਮਾ ਜਾਨ ਨੇ ਚਾਹੁੰਦੇ ਕਿ ਇਸ ਬੱਚੀ ਦਾ ਕਿਸੇ ਆਪਣੇ ਬੱਚਿਆਂ ਨਾਲ ਰਿਸ਼ਤਾ ਕਰ ਦੇਣ, ਤੇ ਉਹਨਾਂ ਮੀਆਂ ਸ਼ਰੀਫ ਅਹਿਮਦ ਸਾਹਿਬ ਨੂੰ ਕਿਹਾ। ਉਹਨਾਂ ਕਿਹਾ ਨਹੀਂ, ਮੈਂ ਨਹੀਂ ਕਰ ਸਕਦਾ। ਮੀਆਂ ਬਸ਼ੀਰ ਅਹਿਮਦ ਸਾਹਿਬ ਨੂੰ ਕਿਹਾ, ਉਹਨਾਂ ਵੀ ਨਾ ਕਰ ਦਿੱਤੀ। ਫਿਰ ਮੀਆਂ ਮਹਿਮੂਦ ਅਹਿਮਦ ਸਾਹਿਬ ਨੂੰ ਕਿਹਾ ਤੇ ਉਹ ਰਾਜ਼ੀ ਹੋ ਗਏ। ਇਹ ਹੈ ਉਹਦੀ ਰਵਾਇਤ ਬਿਆਨ। ਅੱਛਾ, ਮੈਂ ਤੁਹਾਨੂੰ ਨਾ ਥੋੜੀ ਜਿਹੀ ਇੱਕ ਰਵਾਇਤ ਸੁਣਾ ਦੇਣਾ ਵਾ। ਤੁਸੀਂ ਦੱਸਣੀ, ਇਹ 1 ਅਗਸਤ 1944 ਦਾ ਅਖਬਾਰ ਹੈ ਮੇਰੇ ਸਾਹਮਣੇ। ਅੱਛਾ, ਇਹ ਤੁਸੀਂ ਦੱਸਣਾ ਇਹ ਕਿਹੜੀ ਇਹਨਾਂ ਦੀ ਬੀਵੀ ਸੀ? ये थोड़ा लंबा है, हाँ लेकिन मैंने लंबा एक ख्वाब है, बुशरा गुलाम मिर्जा। अच्छा, मैंने फिर इस्तिखारा जारी रखा और फिर मैंने वो रोया देखी जो 20 जून 1944 कल फजल में शाया हो चुकी है, जिस मैंने देखा कि मैं ऐसी जगह हूँ जहाँ मैं समझता हूँ कि मूसा अलैहिस्सलाम ने भी पनाह ली थी। वो पहली बार तो वो अपने काम की रिपोर्ट सुनाए बगैर गुजर गए। दूसरी बार उन्होंने कहा मैं जब आया था तो मेरे साथ मेरी बीवी के अलावा खानदान की कुछ मस्तूरात भी थी और मैं उनको छोड़ने चला गया। एक नाम उन्होंने अपनी बीवी सियारा हिकमत साहबा का लिया और दूसरा जो नाम लिया उसका एक हिस्सा मैंने जाहिर नहीं किया था और सिर्फ गुलाम मिर्जा बताया था जो शाया हो चुका, मगर असल में उन्होंने बुशरा गुलाम मिर्जा कहा था, मगर ख्वाब बयान करते वक्त मैंने बुशरा का लफ्ज उड़ा दिया ताकि लोगों को अभी मेरे इरादे का इल्म ना हो। ताज्जुब है, बाज लोगों को फिर भी इल्म हो ही गया, मालूम नहीं किस तरह। शायद बाज लोग खतूत चुरा कर पढ़ लेते, मगर फिर भी मुझे ख्याल रहा कि ये गुलाम मिर्जा नाम जो ख्वाब में आया है, मुमकिन है इससे मुराद कोई और औरत हो। और शाह साहब के अल्फाज है कि मेरे साथ सियारा बुशरा गुलाम मिर्जा हैं, 2 नहीं बल्कि 3 औरतें मुराद हों। इस वजह से मैंने इस्तिखारा जारी रखा। इस अरसा में सैयद वलीउल्लाह शाह साहब से भी जिक्र आया और मैंने उन्हें बताया कि इस तरह तज़किरा में मसीह मौद की पेशगोई है। मैं समझ ये ਜਿਹੜਾ ਹੈ ਨਾ ਉਹਨਾਂ ਦੇ ਮੁਤਲਕ ਨਹੀਂ ਹੈ, ਇਹ ਇਹਨਾਂ ਦਾ ਨਾਂ ਆ बुशरा बेगम। ਇਹ ਬੁਸ਼ਰਾ ਬੇਗਮ ਉਹ ਨੇ ਜਿਹੜੇ ਮੇਹਰ ਆਪਾ ਦੇ ਨਾਂ ਤੇ ਮਸ਼ਹੂਰ ਨੇ। ਇਹ ਸਭ ਤੋਂ ਆਖਰੀ ਉਹਨਾਂ ਦੀ ਸ਼ਾਦੀ ਹੈ, ਇਹਨਾਂ ਵਿੱਚੋਂ ਔਲਾਦ ਕੋਈ ਨਹੀਂ। ਇਹ ਇਹਨਾਂ ਦੀ ਮਿਰਜ਼ਾ ਤਾਹਿਰ ਅਹਿਮਦ ਸਾਹਿਬ ਦੀ ਮਾਮੂਜ਼ਾਦ ਭੈਣ ਹੈ। ठीक है। ਇਹ ਇਹਨਾਂ ਦਾ ਨਾਮ ਬੁਸ਼ਰਾ ਬੇਗਮ ਹੈ। ਉਹਨਾਂ ਦਾ ਇਹਨਾਂ ਦੇ ਵਾਸਤੇ ਖਾਬ ਵਗੈਰਾ ਹੋਏਗਾ। ਇਹਨਾਂ ਦੇ ਜਿਹੜੇ ਵਾਲਿਦ ਹੈ ਸੈਯਦ ਹਬੀਬੁੱਲਾ ਸ਼ਾਹ ਉਹਨਾਂ ਦਾ ਨਾਂ ਆ, ਉਹ ਜੇਲ੍ਹ ਖਾਨਾ ਜਾਤ ਦੇ ਅਫਸਰ ਹੈ ਉੱਥੇ ਇੰਡੀਆ 'ਚ। ਹਬੀਬੁੱਲਾ ਸ਼ਾਹ ਉਹਨਾਂ ਉਹ ਠੀਕ ਹੈ ਗੱਲ ਜਿਹੜੀ ਤੁਸੀਂ ਮੈਂ ਸਮਝ ਗਿਆ। ਇਹ ਇਹਨਾਂ ਦਾ ਇੱਕ ਇਹ ਮੇਰੇ ਜ਼ਿਹਨ ਸੀ ਕਿ ਉਹ ਜਿਹੜਾ ਤੁਸੀਂ ਦੂਜਾ ਪੇ ਦੱਸਦੇ ਹੋ ਇਹਨਾਂ ਦੀ ਜ਼ੈਨੁਲ ਆਬਦੀਨ ਦੀ ਉਹਨਾਂ ਦੀ ਭੈਣ ਜ਼ੈਨੁਲ ਆਬਦੀਨ ਦੀ ਭਤੀਜੀ ਹੈ। ਇੱਕ ਜ਼ੈਨੁਲ ਆਬਦੀਨ ਦੀ ਭੈਣ ਨਾਲ ਸ਼ਾਦੀ ਹੋਈ, ਇੱਕ ਜ਼ੈਨੁਲ ਆਬਦੀਨ ਦੀ ਭਤੀਜੀ ਨਾਲ ਸ਼ਾਦੀ। ਇੱਕ ਜ਼ਮਾਨੇ 'ਚ ਇਹ ਮਸਲਾ ਜਿਹੜੇ ਮੌਲੀ ਇਬਰਾਹਿਮ ਸਿਆਲਕੋਟੀ ਹੈ ਨਾ, ਜਿਨ੍ਹਾਂ ਦੇ ਨਾਲ ਮੁਨਾਜ਼ਰਾ ਹੋਇਆ ਮਿਰਜ਼ਾ ਸਾਹਿਬ ਦਾ ਦਿੱਲੀ ਦੇ ਵਿੱਚ, ਉਹਦੇ 'ਚ ਹਦੀਸ ਦੇ ਹਵਾਲੇ ਨਾਲ ਉਹ ਇਹ ਕਿਹਾ ਕਿ ਫੁੱਫੀ ਔਰ ਭਤੀਜੀ ਦੋਵਾਂ ਨਾਲ ਸ਼ਾਦੀ ਨਹੀਂ ਰਹਿ ਸਕਦੀ। ਸ਼ਾਇਦ ਇੱਕ ਵਕਤ ਜਾਂ ਮੁਖਤਲਿਫ ਵਕਤਾਂ 'ਚ ਵੀ ਕੋਈ ਹਦੀਸ ਦੇ ਹਵਾਲੇ ਨਾਲ ਹੋਏਗੀ ਗੱਲ। ਉਹਨਾਂ ਨੇ ਇਹ ਗੱਲ ਕੁਰਾਨ ਸ਼ਰੀਫ ਤੇ ਨਹੀਂ, ਰਿਸ਼ਤਿਆਂ ਦੀ ਮਨਾਹੀ ਦੇ ਵਿੱਚ ਇਹ ਗੱਲ, ਲੇਕਿਨ ਉਹਨਾਂ ਨੇ ਇਹ ਗੱਲ ਪੇਸ਼ ਕੀਤੀ। ਇਹਨਾਂ ਨੇ ਮੌਲੀ ਇਬਰਾਹਿਮ ਸਾਹਿਬ ਨੇ ਮਿਰਜ਼ਾ ਸਾਹਿਬ ਨੂੰ ਪੇਸ਼ ਕੀਤੀ ਕਿ ਇਹ ਗੱਲ ਹਦੀਸ ਦੇ ਵਿੱਚ ਜ਼ਿਆਦਾ ਤਫਸੀਲ ਮਿਲਦੀ ਹੈ। ਉਸ ਮੁਨਾਜ਼ਰੇ ਦਾ ਇਹ ਵੀ ਕਿੱਸਾ ਆ। ਇਹ ਮੁਨਾਜ਼ਰਾ ਜੋ ਸੀ ਨਾ ਮੌਲਾਨਾ ਬਸ਼ੀਰ ਸਾਹਿਬ ਸਵਾਨੀ ਨਾਲ ਦਿੱਲੀ ਵਿੱਚ ਮੀਰ ਇਬਰਾਹਿਮ ਸਿਆਲਕੋਟੀ ਨਾਲ, ਤੇ ਉਂਝ ਉਹਨਾਂ ਦਾ ਜਿਹੜਾ ਉਹ ਐਕਸਚੇਂਜ ਹੁੰਦਾ ਸੀ ਦਲਾਇਲ, ਜਿਸ ਤਰ੍ਹਾਂ ਆਦਤੁਲ ਕੁਰਾਨ ਵਗੈਰਾ ਕਿਤਾਬ ਉਹਨਾਂ ਦੀ। ਹਾਂਜੀ ਹਾਂਜੀ।
ਅੱਛਾ ਇਹ ਗੱਲ ਮੈਂ ਅੱਗੇ ਵੀ ਥੋੜੀ ਸੁਣੀ ਹੈ, ਲੇਕਿਨ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਜ਼ਿਹਨ 'ਚ ਮੈਬ ਹੋ ਜਾਂਦੀਆਂ ਨੇ। ਹਾਂ ਅੱਛਾ ਪੁੱਪੀ ਤੇ ਭਤੀਜੇ ਦਾ ਮਿਰਜ਼ਾ ਸਾਹਿਬ ਨੇ ਮਸਲਾ ਬਿਆਨ ਕੀਤਾ ਕਿ ਨਹੀਂ ਰਹਿ ਸਕਦੀ? ਨਹੀਂ ਉਹਨਾਂ ਨੇ ਮੌਲਵੀ ਸਾਹਿਬ ਨੇ ਬਿਆਨ ਕੀਤਾ ਕਿ ਇਹ ਗੱਲ ਤੁਸੀਂ ਹਦੀਸ ਦੀ ਫਜ਼ੀਲਤ ਜਿਹੜੀ ਹੈ ਕਿ ਹਦੀਸ ਜ਼ਿਆਦਾ ਵਜ਼ਾਹਤ ਨਾਲ ਗੱਲ ਨੂੰ ਬਿਆਨ ਕਰਦੀ ਹੈ, ਉਹਦੇ 'ਚ ਇਹ ਦਲੀਲ ਪੇਸ਼ ਕੀਤੀ ਉਹਨਾਂ ਨੇ। हाँ भाई, ये कुरान से जिक्र नहीं आया, लेकिन ਇਹਦੀ ਹੁਰਮਤ ਹੈ ਬਜ਼ਰੀਆ ਹਦੀਸ ਹਾਂ ਮੌਜੂਦ ਹੈ। ਇੱਕ ਮਿਰਜ਼ਾ ਸਾਹਿਬ ਜਵਾਬ ਦਿੱਤਾ ਸੀ, ਪਤਾ ਨਹੀਂ ਉਹਨਾਂ ਕੀ ਜਵਾਬ ਦਿੱਤਾ, ਲੇਕਿਨ ਉਹ ਤੇ ਚੁੱਕ ਕੇ ਕੁਰਾਨ ਕਰੀਮ ਦੀ ਸੁਪਰਮੇਸੀ ਤੇ ਹੀ ਕਾਇਲ ਹੈ, ਇਸ ਕਰਕੇ ਇਹ ਗੱਲ। ਚਲੋ ਉਸ ਜਵਾਬ ਨੂੰ ਛੱਡ ਕੇ ਤੇ ਫੁੱਫੀ ਤੇ ਭਤੀਜੀ ਦਾ ਉਹਨਾਂ ਨੇ ਮਸਲਾ ਪੇਸ਼ ਕੀਤਾ, ਪਰ ਮਿਰਜ਼ਾ ਸਾਹਿਬ ਤਾਂ ਤੁਹਾਨੂੰ ਯਾਦ ਨਹੀਂ ਆਣਾ ਕੀਤੀ, ਲੇਕਿਨ ਇਹਨਾਂ ਅੱਗੋਂ ਫੁੱਫੀ ਭਤੀਜੇ ਦਾ ਉਹਨਾਂ ਸ਼ਾਦੀ ਕੀਤੀ। ਹਾਂ ਇਹਨਾਂ ਤੇ ਕੀਤੀ ਸ਼ਾਦੀ, ਬਿਲਕੁਲ। ਇਹਦਾ ਮਤਲਬ ਇਹ ਹੈ ਕਿ ਇਹਨਾਂ ਦੀ ਫਿਕਰ ਫਿਰ ਜਾਇਜ਼ ਹੈ। ਜਾਇਦਾ ਜਾ ਬਿਲਕੁਲ। ਇਸੇ ਹੀ ਮੌਜੂਦ ਤੇ ਮੈਂ ਤੁਹਾਡੇ ਨਾਲ ਕਰਨਾ ਸੀ ਮੁਨਾਜ਼ਰਾ, ਮੈਂ ਤੁਹਾਨੂੰ ਉਡੀਕਦਾ ਹੀ ਸੀ ਪਿਆ, ਪਰ ਅੱਜ ਨਾ ਥੋੜੀ ਦੇਰ ਨੂੰ ਨਾ ਮੈਂ ਬਿਜ਼ੀ ਹਾਂ ਇਹ ਤੇ ਮੈਂ ਆਉਣਾ ਨਾ, ਤੇ ਅੱਜ ਮੈਂ ਤੁਹਾਡੇ ਨਾਲ ਮੁਨਾਜ਼ਰਾ ਕਰਨਾ। ਬੜੇ ਬੰਦਿਆਂ ਦੇ ਨੇ ਤੂੰ ਸੈਣੀ ਸਾਹਿਬ ਨਾਲ ਮੁਨਾਜ਼ਰਾ ਕਿਉਂ ਨਹੀਂ ਕਰਦਾ, ਤੇ ਮੈਂ ਮੌਜੂ ਜਾਚਿਆ, ਮੈਂ ਕਿਹਾ ਇਸ ਮੌਜੂ ਤੇ ਸੈਣੀ ਸਾਹਿਬ ਨਾਲ ਮੁਨਾਜ਼ਰਾ ਕਰਨਾ ਨਾ। ਤੇ ਜਿਹੜੀਆਂ ਚੀਜ਼ਾਂ ਕੁਰਾਨ 'ਚ ਨਹੀਂ ਬਿਆਨ ਹੋਈਆਂ ਉਹਨਾਂ ਦੀ ਹੁਰਮਤ ਜਾਂ ਉਹਨਾਂ ਦੀ ਸਰਾਹਤ ਅਗਰ ਹਦੀਸ ਵਿੱਚ ਮੌਜੂਦ ਹੈ, ਉਹ ਮੁਸਲਿਮ ਉਮਤ ਉਹਨਾਂ ਨੂੰ ਬਿਲਕੁਲ ਇਸੇ ਤਰ੍ਹਾਂ ਹੀ ਕਰਦੀ ਹੈ ਜਿਸ ਤਰ੍ਹਾਂ ਕੁਰਾਨ ਦਾ ਮਸਲਾ ਹੈ। ਜਿਸ ਤਰ੍ਹਾਂ ਇਹ ਕਿ ਮਿਸਾਲ ਦਿੱਤੀ ਹੈ ਨਾ, ਭਤੀਜੇ ਦਾ ਜਾਂ ਖਾਲਾ ਭਾਂਜੀ ਦਾ, ਮਾਸੀ ਭਾਂਜੀ ਦਾ ਰਿਸ਼ਤਾ। ਮੇਰਾ ਇੱਕ ਦੋਸਤ ਕੀ ਹੈ ਤੇ ਉਹਦੇ ਨਾਲ ਇਸ ਤਰ੍ਹਾਂ ਦਾ ਮਸਲਾ ਬਣਿਆ ਸੀ ਕਿ ਉਹਨਾਂ ਦੀ ਸ਼ਾਦੀ ਖਾਲਾ ਨਾਲ ਹੋਈ ਸੀ, ਤੇ ਜਿਹੜੀ ਸੀ ਨਾ ਭਾਂਜੀ ਉਹ ਭਾਈ ਨਾਲ ਵਿਆਹੀ ਸੀ, ਤੇ ਉਹ ਬੇਵਾ ਹੋ ਗਈ, ਤੇ ਕਰਨਾ ਚਾਹੁੰਦੇ ਸੀ, ਲੇਕਿਨ ਫਿਰ ਉਹ ਇਸੇ ਵਜ੍ਹਾ ਤੋਂ ਨਹੀਂ ਹੋ ਸਕੀ ਕਿ ਨਹੀਂ ਹੋ ਸਕਦੀ ਹੈ ਖਾਲਾ ਮਾਸੀ ਭਾਂਜੀ ਦੀ। ਇੱਕ ਭੈਣ ਬਾਪ ਨਾਲ ਤੇ ਇੱਕ ਭੈਣ ਪੁੱਤਰ ਨਾਲ, ਇਹ ਤੇ ਬਹੁਤ ਸਾਰੇ ਖਾਨਦਾਨ ਵਿੱਚ ਮੌਜੂਦ ਨੇ ਰਿਸ਼ਤੇ, ਜਿਹੜੇ ਖਲੀਫਾ ਖੁਦ ਮਿਰਜ਼ਾ ਸਾਹਿਬ ਦੀਆਂ ਆਪਣੀਆਂ ਦੋ ਬੇਟੀਆਂ ਜਿਹੜੀਆਂ ਨਵਾਬ ਅਬਦੁੱਲਾ ਖਾਨ ਬੇਟੇ ਨੇ ਤੇ ਨਵਾਬ ਮੁਹੰਮਦ ਅਲੀ ਬਾਪ ਨੇ, ਤੇ ਭੈਣ ਜਿਹੜੀ ਹੈ ਉਹ ਮੀਆਂ ਸ਼ਰੀਫ ਅਹਿਮਦ ਸਾਹਿਬ ਦੀ ਬੀਵੀ ਜਿਹੜੀ ਹੈ ਉਹ ਨਵਾਬ ਸਾਹਿਬ ਦੀ ਬੇਟੀ ਹੈ, ਮੌਜੂਦਾ ਸਾਹਿਬ ਦੀ ਦਾਦੀ ਜ਼ੈਨਬ ਬੇਗਮ। ਇਹ ਮਸਲਾ ਇਹੋ ਜਿਹੇ ਢੇਰ ਮਸਲੇ ਪੈਦਾ ਹੋ ਜਾਂਦੇ ਨੇ ਨਾ। ਕੱਲ ਪਰਸੋਂ ਮੈਂ ਕਿਤੇ ਦੇਖਣ ਲੱਗਿਆ ਬਈ ਉਹ ਬੰਦਾ ਗਿਆ ਪਾਗਲਖਾਨੇ, ਤੇ ਉਹਨੇ ਡਾਕਟਰ ਨੇ ਆਖਿਆ ਵੀ ਤੈਨੂੰ ਕੀ ਮਸਲਾ ਹੈ? ਉਹਨੇ ਮਸਲਾ ਮੈਂ ਤੁਹਾਨੂੰ ਦੱਸ ਸਕਦਾ ਤੇ ਤੂੰ ਆਪ ਹੀ ਦੱਸੀ ਦਾ ਕੀ ਇਲਾਜ। ਉਹਨੇ ਕੀ ਮਸਲਾ ਹੈ? ਉਹਨੇ ਆਖਿਆ ਵੀ ਮੇਰਾ ਦਿਲ ਕੀਤਾ ਇੱਕ ਔਰਤ ਨਾਲ ਮੈਂ ਸ਼ਾਦੀ ਕਰ ਲਈ, ਤੇ ਉਹਦੀ ਔਰਤ ਦੀ ਅੱਗੋਂ ਬੇਟੀ ਸੀ ਪਛਲੱਗ, ਉਹ ਮੇਰੇ ਬਾਪ ਨੇ ਕਰ ਲਈ ਉਹਦੇ ਨਾਲ ਸ਼ਾਦੀ। ਹੁਣ ਮੇਰੇ ਬਾਪ ਦੇ ਘਰ ਹੋਇਆ ਉਹਦੇ 'ਚ ਬੱਚਾ, ਉਹ ਮੇਰਾ ਲੱਗਾ ਮਤਰਿਆ ਭਰਾ, ਤੇ ਉਹ ਮੇਰੀ ਬੀਵੀ ਦਾ ਲੱਗਾ ਦੋਤਰਾ, ਤੇ ਮੇਰਾ ਉਹਦੇ ਨਾਲ ਜਿਹੜਾ ਰਿਸ਼ਤਾ ਉਹ ਬਣ ਗਿਆ ਪੜਦੋਤਰੇ ਵਾਲਾ। ਤੇ ਉਹ ਜਿਸ ਵੇਲੇ ਉਹਨੇ ਕੋਈ ਇੰਜ ਤਰੇ ਕੁ ਭਾਂਡਣੀਆਂ ਦਿੱਤੀਆਂ, ਚਾਰ ਉਹਨੇ ਭਾਂਡਣੀਆਂ ਦਿੱਤੀਆਂ, ਡਾਕਟਰ ਕਿਹਾ ਮੈਂ ਇਲਾਜ ਕਰਾਉਣ ਚੱਲਾਂ, ਤੂੰ ਇੱਥੇ ਹੀ ਰਹੋ, ਬਸ ਕਰ ਪੜੀ ਹੈ ਨਾ ਤੁਸੀਂ ਗੱਲ। ਬਿਲਕੁਲ ਪੜੀ ਮੈਂ, ਇੱਥੇ ਤਾਂ ਕੰਮ ਉਹੀ ਬਣ ਗਿਆ ਨਾ। ਬਿਲਕੁਲ ਹੋਰ ਰਿਸ਼ਤਿਆਂ ਦੀ ਕਹਾਣੀ ਇਸ ਤਰ੍ਹਾਂ ਹੀ ਹੈ, ਉਹਦੇ ਚ ਆਦਮੀ ਪੌਂਦਲ ਜਾਂਦਾ। ਤੇ ਮੈਂ ਨਾ ਥੋੜਾ ਜਿਹਾ ਬਿਜ਼ੀ ਹਾਂ, ਮੈਂ ਆਉਣਾ ਇਨਸ਼ਾਅੱਲਾ ਥੋੜੀ ਦੇਰ ਨਾ, ਜ਼ਰੂਰ ਆਓ। ਜੀ ਵਾलेकुम सलाम नसीर साहब, क्या हाल है? जी काफी दिनों बाद तशरीफ लाए। हाँ मैं सफर में ही था, तो इस वजह से फिर नहीं मुमकिन हो सका। वो आप भी बात कर रहे थे, कोई हिस्ट्री डिस्क्राइब कर रहे थे अहमदियत की। मैं सोच रहा था कि हम जैसे स्टूडेंट्स को तो प्राइमरी से पढ़ाना स्टार्ट करें, आपने पहले ही पीएचडी की क्लासेस स्टार्ट कर दी हैं। रिश्ते याद रखना जो है, बाद लोग तो उससे बहुत घबराते हैं और याद नहीं रखते। बाद लोग
دلچسپی ہوتی ہے وہ سارے نام شام حسن صاحب ان کے یاد رکھنا اچھا لگتا ہے. تو ذکر جتنے رشتے پتہ لگتے رہتے ہیں وہ ریلیشن اس سے زیادہ سمجھ آتی ہے. السلام علیکم. جی وعلیکم السلام. منصور صاحب کی حال ہے؟ تویتا کس طرح نے؟ شکر الحمدللہ. شکر ماشاء اللہ، الحمدللہ. ماشاء اللہ. جی میں کہتا تھانوں دیکھ کے خوشی ہوئی. دیکھ کے تو نہیں، سن کے سن ہی سکتے. ہاں جی، دیدار کرنا ہی ہے تو گفتار ہی صحیح، حسن و جمال و یار کے آثار ہی صحیح. تے جیڑی گفتگو ہے وہ جڑا ہوندا ہے نا، خط لکھ دے نا، وہ کہندا خط لکھنا بھی ایک ادھی ملاقات ہے. وہ دے نال خیر خبر مل جاندی ہے نا، اطلاع خیریت دی. بالکل ملاقات کا مطلب یہ ہی ہوندا ہے کہ آدمی دوسرے دی خیریت تو مطلع ہو جائے، ہاں جی ہاں جی تے بالکل. جتنا میسر آ جائے وہی اچھا ہے. تے سانوں بھی اچھا لگتا ہے تہاڈیاں آوازاں سن کے ملاقات میسر آ جاندی ہے. تے پھر طلب ودی ہے کہ کدے دیدار بھی ہوئے. جدوں بہت دفعہ گلاں سنتے رہنے ہیں نا تے پھر طلب یہ ود جاندی ہے بھی جہدے نال اسی گلاں کرنے ہیں اینوں کدے اسی اپنی اکھاں نال دیکھیے بھی. تے کدے کدے یہ گل میسر جی دل دی گل کر چھڑی جے تسی. ہاں تے او جڑے صحیح کہتے ہو. واٹس ایپ دے اتتے اسی کردے رہے ہیں نا اس طرح دیاں، وہ کچھ لکھ کے وہ زیادہ تر تے لکھن دا ہی ہوندا ہے. آواز بھی بعض لوگ وائس میسیج کرتے، بعض صرف لکھتے ہی ہے. اس کر کے دوسرے دی بیسیکلی آواز بھی نہیں سنی ہوندی. لیکن انہاں تحریراں دے ذریعے بھی ایک تعارف ہو جاندہ ہے. تے پھر کدے انہاں نال اگر ملاقات ہوئی ہے تے وہ پھر بہت ہی اچھا لگا ہے کہ فلاں بندہ مل گیا. وہ تعارف تے وددا رہندا نا کافی. تے تعارف ود جان دے بعد پھر طلب ہوندی ہے کہ ملاقات ہو جائے. حسینی صاحب ابھی جی جی رشتوں میں حرمت کی بات ہو رہی تھی، تو جی اس جی حوالے سے ذہن میں جی ایک جی سوال پیدا ہوا ہے، اگر آپ اجازت دیں تو میں پوچھ لیتا ہوں. جی جی فرمائیں. اچھا، آپ پہلے تو میں آپ کا موقف جاننا چاہتا ہوں کہ آپ کیا سمجھتے ہیں کہ قرآن مجید کے علاوہ کوئی اور چیز بھی حرام حلال کے فیصلے کر سکتی ہے کہ نہیں کر سکتی؟ نہیں، کوئی نہیں کر سکتی، صرف قرآن شریف ہی کر سکتا. ٹھیک ہے. اچھا، اسی سے ریلیٹڈ میرے ذہن میں ایک سوال یہ پیدا ہو رہا تھا کہ جی حضور علیہ الصلوۃ والسلام کے دور میں یا قرآن مجید نازل ہو رہا تھا، یا ٹھیک ہے، تو اس دور میں جو آپ علیہ الصلوۃ والسلام نے حرام اور حلال کے فیصلے کیے ہیں جو ہمیں قرآن مجید میں نہیں ملتے، بہت سارے فیصلے کیے ہیں، جی صحابہ کرام کیا قرآن مجید کے فیصلوں پہ عمل کر رہے تھے یا آپ کی آراء پہ بھی عمل کر رہے تھے؟ کیا مطلب اگر میں اس کو ریفریز کروں اس کویسچن کو، تو میرا پوچھنے کا یہ مقصد ہے کہ آج کے دور میں تو چلے ہم کہہ سکتے ہیں کہ ہم صرف قرآن کو مان رہے ہیں اور حدیث کو ہم نہیں، حدیث کا انکار کر رہے ہیں، یا ٹھیک ہے، حدیث کی بیس پہ ہم حرام اور حلال کے فیصلے نہیں کرتے. یا لیکن صحابہ کرام کے دور میں ان کے پیش نظر کیا تھا؟ کیا وہ صرف قرآن مجید سے فیصلہ لے رہے تھے یا وہ آپ علیہ الصلوۃ والسلام کے عمل کو بھی دیکھ رہے تھے؟ اس بات کا جواب تو تاریخ میں ملے گا نا. تو تاریخ کا درجہ پھر ان باتوں سے بھی اوپر چلا جائے گا کیونکہ وہ ہمیں انفارم کر رہی ہے. لیکن ایک بنیادی بات ہے جو ان سارے مسئلوں کو پاٹ دیتی ہے، ٹھیک کر دیتی ہے. وہ یہ ہے کہ نبی کریم صلی اللہ علیہ وسلم نے فرمایا کہ میں تمہارے درمیان دو اہم باتیں چھوڑ کر جا رہا ہوں. امرین، دو اہم حکم ہیں. ایک قرآن کریم ہے اور دوسرا میری سنت ہے. تو اس میں حدیث کا کوئی ذکر نہیں، نہ حدیث موجود تھی. حدیث کی کتابیں تو بعد میں بنائی گئی ہیں. حدیث ایک تاریخ کا درجہ رکھتی ہے، اس سے ہم فائدہ اٹھاتے ہیں، بعض باتوں میں معلومات ملتی ہیں. لیکن جہاں تک فیصلے کا تعلق ہے، جہاں تک شریعت کا تعلق ہے، وہ صرف قرآن شریف، اللہ تعالیٰ کا کلام ہے، جس کو رسول اللہ خود بھی فالو کرتے تھے. اور جب رسول اللہ کی وفات کے بعد کسی نے پوچھا کہ نبی کریم صلی اللہ علیہ وسلم کے شمائل، آپ کے اخلاق فاضلہ کا کو بیان
بتائیں تو ام المومنین حضرت عائشہ نے فرمایا کانا خلقہ القرآن، قرآن شریف نہیں پڑھتے، رسول اللہ چلتے پھرتے قرآن تھے، جو کچھ قرآن شریف میں لکھا ہے یہی رسول اللہ تھے، اسی کے اوپر عمل تھا، اور یہی آپ کی نصیحت ہے۔ اور یہی بات الیوم اکملت لکم دینکم واتممت علیکم نعمتی ورضیت لکم الاسلام دینا میں آتی ہے۔ قرآن شریف جو ہے وہ مہیمن ہے، نگران ہے ساری چیزوں پر۔ اگر کوئی دوسری چیز ہم مانتے بھی ہیں یا استفادہ کرتے ہیں، اگر قرآن کریم اس کی تائید نہ کرتا ہو تو پھر نہیں ہم اسے سٹینڈرڈ نہیں مانتے۔ ویسے تو ہم تاریخ کی کتابیں پڑھتے ہیں، باقی چیز دنیا کی پڑھتے ہیں، دیکھتے ہیں، وہ اپنی جگہ ٹھیک ہے، لیکن جی آپ یہ کہنا چاہ رہے ہیں بیسیکلی کہ آپ علیہ الصلوۃ والسلام کے دور میں جتنے آپ نے فیصلے فرمائے ہیں وہ وحی جلی کی روشنی میں فرمائے، یعنی قرآن مجید کی روشنی میں قرآن مجید ہی ہے، بالکل۔ آپ نے ہمیں ہماری یہی رہنمائی، حرام اور حلال کا کوئی فیصلہ نہیں کیا۔ حرام اور حلال کا جو بھی فیصلہ ہے وہ سب قرآن شریف میں بیان ہو گیا۔ شراب کی حرمت ہے، جوئے کی حرمت ہے، چور کے ہاتھ کاٹنے کا ہے، زانی کے کوڑے مارنے کا ہے، اور طلاق کا مسئلہ ہے، شادیوں کی حرمت ہے، کن سے شادیاں کرنی کن سے نہیں کرنی۔ یہ سارے جو آئلی مسائل ہیں وہ سارے قرآن کریم میں بیان ہیں۔ اس وقت بھی اور آج بھی کوئی بھی وقت ایک ہی ہے، نہ وہ وقت ہے اور نہ یہ وقت ہے، وقت سے کوئی فرق نہیں پڑتا، جو قرآن شریف ہے وہ ہمیشہ کے لیے ہے۔ لیکن حسینی صاحب اس وقت تاریخ تو نہیں آئی تھی نا، تاریخ تو بھی آئی ہے نا ہمارے تاریخ پہ تو ہم ایمان نہیں نہ لاتے، تاریخ تو صرف تقدیم و تاخیر کو بیان کرتی ہے کہ فلاں سال میں یہ زلزلہ آیا، فلاں سال میں یہ واقعہ ہوا، وہ تو ہوتا ہی رہے گا، آئندہ بھی تاریخ بنتی رہے گی، لیکن جو سٹینڈرڈ اصول ہے وہ قرآن شریف میں بیان ہوا ہے۔ تاریخ پہ تو ہم ایمان تو نہیں نہ لاتے، تاریخی واقعات کو پڑھتے ہیں۔ قرآن شریف کے علاوہ ہے ہی کوئی چیز؟ قرآن شریف کے علاوہ کچھ نہیں ہے جس پہ ایمان لائیں۔ جو ایمان لانے کے لیے ہم جو پڑھتے ہیں نا ایمان مفصل، اس میں جو ذکر ہے وہ قرآن شریف کا، یعنی آسمانی کتابوں کا ذکر ہے، آمنت باللہ ہے، وہ ملائکت ہی و کتب ہی، یہ کتب ہی حدیث کی کتابیں نہیں ہیں، یہ وہ کتابیں ہیں جو اللہ تعالیٰ نے اتاری ہیں، و رسول ہی، اور اس کے رسول، یہ ہیں ایمانیات۔ باقی چیز ایمانیات مطلب ان کا احترام اپنی جگہ ہے کہ وہ اچھی باتیں ہیں، اس سے ہم استفادہ کرتے ہیں، لیکن ان کے اوپر ہم ایمان نہیں لاتے، ایمان صرف ہی نہیں پر۔ اور حسینی صاحب جو قرآن مجید نے آپ علیہ الصلوۃ والسلام کی اتباع کا حکم دیا ہے یا کہ اس نبی کی اتباع کرنی ہے یا اس طرح کے اللہ کی اطاعت اور رسول اللہ کی اتباع، آج کے دور میں اسی کا نام، اللہ کی اتباع کیسے کریں گے؟ اسی کا نام سنت ہے نا۔ اتباع ہوتی ہے عمل کی، رسول کریم صلی اللہ علیہ وسلم نے جو عمل کیا اس کو لوگوں نے نقل کیا ہے۔ مثلا یہ ہے کہ قرآن کریم میں تصویریں نہیں ہیں، تصویر نہ ہونے کی وجہ سے سجدے کا کیا مطلب ہے یہ پتہ ہی نہیں لگ سکتا تھا۔ رسول اللہ کو سجدہ کرتے دیکھا تو لوگوں نے سمجھا کہ سجدے سے مراد یہ والی حرکت ہے، تو اس کی نقل کی۔ رکوع تو قرآن کریم میں لکھا ہے لیکن رکوع کی تصویر تو نہیں لگی ہوئی، رسول اللہ نے رکوع کر کے بتایا تو ویسا رکوع ہوتا ہے۔ حج کا ذکر تو ہے لیکن حج کیسے کیا جاتا ہے رسول اللہ نے کر کے بتایا تو اس کی نقل کی جاتی ہے۔ زکوٰۃ کا ذکر ہے لیکن زکوٰۃ دے کے بتائی تو اس کا ذکر کیا، اس کی نقل کی جاتی ہے۔ تو یہ اسی چیز کا نام سنت ہے۔ تو دو اہم جی سنت کیسے پہنچی ہم تک؟ سنت جو ہے وہ تعامل سے پہنچی، لوگوں نے نقل کی ہے، ایک دوسرے سے نقل کرتے چلے آئے، آج بھی نقل ہو رہی ہے۔ امت کے جتنے بھی جو بھی تعامل ہے وہ سب کا سب سنت ہے۔ وہ تعامل جو ہے وہ کسی بندے نے جس نے دیکھا کہ رسول اللہ کو سجدے کرتے ہوئے اس نے سجدہ کرنا سیکھ لیا، اس کے بچوں نے اس سے کرنا سیکھ لیا، اس کے بچوں نے اس سے کرنا سیکھ لیا، تو اس طریقے سے یہ خاندانوں میں وہی سنت جاری ہے۔
لیکن ثانی صاحب یہ تعامل میں تو اختلاف ہے. مطلب اب ہمارے برِ صغیر کے لوگ ہیں جو حنفی ہیں، ان کی نماز کا طریقہ اور ہے، اور اگر ہم موراکو میں چلے جائیں، ٹیونیسیا میں چلے جائیں، وہاں پہ مالکی ہیں اور ان کی نماز کا طریقہ ڈیفرنٹ ہے. وہ رفع یدین کا ہے نا جی، ان کا جو تعامل ان کو پہنچا ہے وہ وہ ڈیفرنٹ ہے. ٹھیک ہے، چھوٹے موٹے فرق ہو جاتے ہیں تو کوئی حرج نہیں، اس سے کیا فرق پڑتا ہے، لیکن سنت سنت ہی رہے گی نا. اب اس کی وجہ سے ہم یہ تو نہیں کر سکتے کہ سنت کو ترک کر دیں. جس نے جس طرح دیکھا ہے اس نے اس طرح اختیار کر لیے، وہ بھی ٹھیک ہے، یہ بھی ٹھیک ہے. یعنی ہاتھ جوڑ کے نماز پڑھنا بھی ٹھیک ہے. ہاں، ہاتھ جوڑ کے پڑھ لیں یا ہاتھ رفع یدین کریں، تو وہ جس پہ زیادہ عمل ہے وہی زیادہ بہتر ہے. رفع یدین زیادہ بہتر ہے. اور یہ جو امت میں بعد میں تعامل شروع ہو گئے ہیں، مطلب وہ تعامل نہیں ہے، وہ تبدیلی ہے کہ لوگوں نے فقہ بنا لی ہیں اور ان فقہی معاملات پہ ان کی پیروی کرتے ہیں. یہ ایک ایڈیشنل بات ہے. قرآن کریم نے تو کسی فقہ بنانے کا کوئی حکم نہیں دیا. کسی مثال کے طور پہ میں مثال دیتا ہوں کہ اب ہمارے ہاں برِ صغیر میں تو یہ عید میلاد النبی کا تعامل ہے نا. نہیں، نہیں، وہ نہیں ہے تعامل، وہ اس کا نام ہے رواج. تعامل اس کو کہتے ہیں، تعامل اس کو کہتے ہیں یا سنت اس کو کہتے ہیں جو رسول اللہ سے ثابت ہو، رسول اللہ کے زمانے میں اسی طرح ہوتا ہو، لوگوں نے نقل کرتے ہوئے آئندہ تک چلتا ہو. وہ ہے سجدہ، رکوع، نماز میں کھڑ قیام کرنا، سلام